ਓਮ ਸ਼ਾਂਤੀ, ਸਤਿ ਸ਼੍ਰੀ ਅਕਾਲ ਜੀ। ਮੈਂ ਅਮਰਜੀਤ ਕੌਰ ਦੁਆ ਆਪ ਜੀ ਦੇ ਨਾਲ ਫਿਰ ਇੱਕ ਓਂਕਾਰ, ਇੱਕ ਪਰਮਾਤਮਾ ਦੀ ਇਹ ਸੀਰੀਜ਼ ਦੇ ਵਿੱਚ ਆਪਾਂ ਰਲ ਮਿਲ ਕੇ ਜਪਜੀ ਸਾਹਿਬ ਦੀ ਖੋਜ ਕਰ ਰਹੇ ਹਾਂ। ਅਤੇ ਅਸੀਂ ਪਿਛਲੀ ਵਾਰੀ ਐਪੀਸੋਡ 21 ਪੌੜੀ 21 ਤੱਕ ਪਹੁੰਚ ਚੁੱਕੇ ਹਾਂ ਅਤੇ 21ਵੀਂ ਪੌੜੀ ਦੇ ਵਿੱਚ ਅਸੀਂ ਸਮਝ ਰਹੇ ਹਾਂ ਕਿ ਗੁਰੂ ਕੀ ਕਹਿ ਰਹੇ ਨੇ। ਅਤੇ ਤੀਰਥ ਦੀ ਗੱਲ ਹੋਈ, ਤੀਰਥ ਤਪ ਦਇਆ ਦਤ ਦਾਨ, ਇਹ ਸਾਰੇ ਗੱਲਾਂ ਜੇ ਕੋ ਭਾਵ ਹੈ ਤਿਲ ਕਾ ਮਾਣ, ਮਤਲਬ ਜੇ ਅਸੀਂ ਇਹ ਸਾਰਾ ਕੁਛ ਕਰੀਏ ਇਹਦਾ ਮਾਣ ਸਿਰਫ ਤਿਲ ਵਾਂਗੂ ਹੈ। ਅਤੇ ਅਸੀਂ ਫਿਰ ਸਮਝੀਏ ਕਿ ਉਸ ਨੂੰ ਕੀ ਚਾਹੀਦਾ ਹੈ, ਸੁਣਿਆ ਮੰਨਿਆ ਮਨ ਕੀਤਾ ਪਾਓ। ਇਹ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਫਾਇਦੇਮੰਦ ਹੈ। ਫਿਰ ਆਪਾਂ ਅੱਗੇ ਟੁਰ ਪਏ ਸਾਂ। ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਨਿਮਰਤਾ ਦੇ ਵਿੱਚ ਲੈ ਆਇਆ ਆਪਣੇ ਆਪ ਨੂੰ ਕਿ ਤੇਰੇ ਗੁਣ ਤੋਂ ਬਿਨਾਂ ਮੇਰੇ ਗੁਣ ਹੀ ਨਹੀਂ ਹੈ, ਮੈਂ ਅਵਗੁਣੀ ਹਾਂ। ਮੇਰੇ ਭਰਿਆ ਹੂੰ ਮੈਂ ਅਵਗੁਣ ਦੇ ਨਾਲ, ਹਮ ਨਹੀਂ ਚੰਗੇ। ਵਿਣ ਗੁਣ ਕੀਤੇ ਭਗਤ ਨਾ ਹੋਏ। ਅਤੇ ਜੇ ਅਸੀਂ ਗੁਣ ਤੇਰੇ ਗੁਣ ਨੂੰ ਆਪਣੇ ਵਿੱਚ ਨਹੀਂ ਲਿਆਂਦਾ ਅਤੇ ਇਹ ਗੁਣ ਨੂੰ ਪ੍ਰਗਟ ਨਹੀਂ ਕੀਤਾ ਅਤੇ ਉਹ ਭਗਤ ਕਿਹਾ ਨਹੀਂ ਜਾ ਸਕਦਾ। ਭਗਤ ਦਾ ਮਤਲਬ ਜਿਸ ਦੇ ਕਰਨੀ ਵਿੱਚ ਜੋ ਸੁਣਿਆ ਮੰਨਿਆ ਮਨ ਕੀਤਾ ਪਾਓ, ਉਸ ਦੇ ਮਨ ਪਿਆਰ ਦੇ ਨਾਲ ਉਹ ਕਰ ਰਿਹਾ, ਪਿਆਰ ਵਿੱਚ ਕਰ ਰਿਹਾ, ਉਹ ਫਿਰ ਗੁਰੂ ਦੀ ਦਰਗਾਹ ਵਿੱਚ ਕਬੂਲ ਹੈ। ਸਵਸਥ ਆਤ ਬਾਣੀ ਬਰਮਾਓ। ਇੱਥੇ ਅਸੀਂ ਸਮਝਦੇ ਹਾਂ ਕਿ ਦੁਨੀਆ ਕਹਿ ਰਹੇ ਨੇ, ਗੁਰੂ ਕਹਿ ਰਹੇ ਨੇ ਕਿ ਮੈਂ ਦੁਨੀਆ ਅਤੇ ਬਾਣੀ ਅਤੇ ਬ੍ਰਹਮਾ ਕ੍ਰੀਏਟਰ ਦਾ ਨਮਸਤੇ ਕਰਦਾ। ਮੈਂ ਉਸਦੀ ਵਡਿਆਈ ਨੂੰ ਮਾਨਣਾ ਵਾ। ਸਤ ਸੁਹਾਨ ਸਦਾ ਮਨ ਚਾਓ। ਅਤੇ ਉਸ ਸਤ ਕਿੰਨਾ ਸੋਹਣਾ, ਉਹਨੂੰ ਸਦਾ ਮਨ ਵਿੱਚ ਮੈਂ ਸਤਿਕਾਰ ਦੇਣਾ ਹੈ। ਇੱਥੇ ਅਸੀਂ ਸੁਣ ਸਕਦੇ ਹਾਂ ਕਿ ਸਵਸਥ ਆਤ ਬਾਣੀ ਬਰਮਾਓ। ਬਰਮਾਓ ਦੀ ਗੱਲ ਫਿਰ ਹੋਈ ਹੈ ਬ੍ਰਹਮਾ ਦੀ, ਕਿ ਬ੍ਰਹਮਾ ਦੀ ਮੁੱਖ ਤੋਂ ਗੱਲ ਜਿਹੜੀ ਨਿਕਲਦੀ, ਬ੍ਰਹਮਾ ਨੂੰ ਅਸੀਂ ਕ੍ਰੀਏਟਰ ਸਮਝਿਆ। ਅਤੇ ਬ੍ਰਹਮਾ ਨੂੰ ਕ੍ਰੀਏਟਰ ਕਿਉਂ ਸਮਝਿਆ, ਇਹ ਰਾਜ਼ ਕੋਈ ਨਹੀਂ ਜਾਣਦਾ। ਆਪਾਂ ਬ੍ਰਹਮਾ ਕੁਮਾਰੀਜ਼ ਵਿੱਚ ਆ ਕੇ ਇੱਥੇ ਵੀ ਬ੍ਰਹਮਾ ਦਾ ਵਰਡ ਯੂਜ਼ ਕੀਤਾ। ਬ੍ਰਹਮਾ ਕੁਮਾਰੀਜ਼ ਦਾ ਮਤਲਬ ਇਹਦੇ ਵਿੱਚ ਬ੍ਰਹਮਾ ਆਉਂਦਾ ਨਾ ਵਰਡ, ਕਿਉਂ ਆਉਂਦਾ? ਆ ਕੇ ਇਸ ਸੰਸਥਾ ਦੇ ਵਿੱਚ ਖੋਜ ਕਰਕੇ ਸਮਝੀਏ ਇਸ ਗੱਲ ਨੂੰ, ਕਿਉਂਕਿ ਕਲਯੁਗ ਦੇ ਅੰਤ ਤੱਕ ਅਸੀਂ ਪਹੁੰਚ ਚੁੱਕੇ ਹਾਂ ਅਤੇ ਹੁਣ ਕਲਯੁਗ ਤੋਂ ਬਾਅਦ ਸਤਯੁਗ ਹੀ ਆਉਣਾ ਹੈ। ਅਤੇ ਸਤਯੁਗ ਨੂੰ ਕੌਣ ਲਿਆਏਗਾ? ਵੱਡੇ ਵੱਡੇ ਹਸਤੀ ਆ ਕੇ ਚਲੇ ਗਏ, ਸਤਯੁਗ ਨਹੀਂ ਹੋਇਆ। ਦੁਨੀਆ ਗਿਰਤੀ ਗਈ, ਹਾਲੀ ਤੱਕ ਗਿਰ ਰਿਹਾ। ਇਸ ਵੇਲੇ ਅਸੀਂ ਸਮਝ ਰਹੇ ਹਾਂ ਵਿੱਚੋਂ ਬ੍ਰਹਮ ਗਿਆਨੀਆਂ ਪੈਦਾ ਹੋ ਰਹੇ ਨੇ। ਪੀਸ ਟਾਕਸ ਸ਼ਾਂਤੀ ਵੱਲ ਸਾਰੇ ਟੁਰ ਰਹੇ ਨੇ। ਮੈਸੇਜਸ ਜਿਹੜੇ ਅਸੀਂ ਸੁਣਦੇ ਹਾਂ, ਵੇਖਦੇ ਹਾਂ ਫੇਸਬੁੱਕ ਦੇ ਉੱਤੇ, ਵਟਸਐਪ ਦੇ ਉੱਤੇ, ਅੱਜ ਕੱਲ੍ਹ ਇੰਨੇ ਅੱਛੇ ਕੋਟੇਸ਼ਨਸ ਚੱਲ ਰਹੇ ਨੇ। ਕੀ ਕੁਛ ਚੱਲ ਰਿਹਾ, ਮਤਲਬ ਦੁਨੀਆ ਸਾਰੇ ਪੋਜ਼ੀਟਿਵ ਦੇ ਬਾਰੇ ਸੋਚ ਰਹੇ ਨੇ ਕਿ ਅਸੀਂ ਸਮਝ ਆ ਗਏ ਕਿ ਸਾਨੂੰ ਪੋਜ਼ੀਟਿਵ ਹੋਣਾ ਪਏਗਾ। ਅਤੇ ਇਹ ਜਿਹੜੀ ਚੰਗੀਆਂ ਗੱਲਾਂ ਹੋ ਰਹੀ ਦੁਨੀਆ ਵਿੱਚ, ਉਹ ਕਿਉਂ ਹੋ ਰਿਹਾ? ਕਿਉਂਕਿ ਕਲਯੁਗ ਦੇ ਅੰਤ ਸੰਗਮ ਵਿੱਚ ਪਹੁੰਚ ਚੁੱਕਾ ਹੈ। ਅਤੇ ਸੰਗਮ 'ਤੇ ਕੋਈ ਲੋਕ ਆਏ ਨੇ, ਸਾਰੇ ਨਹੀਂ ਆਏ। ਸੰਗਮ ਕਲਯੁਗ ਵਿੱਚ ਹੀ ਹੁੰਦਾ। ਕਮਲ ਪੁਸ਼ਪ ਵਰਗਾ, ਜਿਸੇ ਕਮਲ ਪੁਸ਼ਪ ਕਿੱਚੜ ਦੇ ਵਿੱਚ ਉੱਤੇ ਆਉਂਦੀ ਹੈ, ਇਸੇ ਤਰ੍ਹਾਂ ਜੋ ਰੱਬੀ ਰਾਹ 'ਤੇ ਟੁਰਨ ਵਾਲੇ ਉਹ ਰੱਬ ਦੀ ਬੇੜੀ ਦੇ ਉੱਤੇ ਚੜ੍ਹਦੇ ਨੇ ਅਤੇ ਉਹ ਫਿਰ ਕਲਯੁਗ ਤੋਂ ਉੱਤੇ ਰਹਿੰਦੇ ਨੇ ਅਤੇ ਫਿਰ ਉਹੀ ਉਹ ਜਾਣਗੇ ਸਤਯੁਗ ਵਿੱਚ। ਅਤੇ ਇਹ ਜਿਹੜਾ ਟ੍ਰਾਂਜ਼ੀਸ਼ਨ ਹੈ ਕਲਯੁਗ ਅਤੇ ਸਤਯੁਗ ਦਾ, ਇਹ ਸਿਰਫ ਇੱਕ ਪਰਮਾਤਮਾ, ਇੱਕ ਓਂਕਾਰ ਹੀ ਕਰ ਸਕਦਾ, ਹੋਰ ਕੋਈ ਨਹੀਂ ਕਰ ਸਕਦਾ। ਅਤੇ ਉਹ ਕਰਨ ਆਇਆ ਇਹ ਕਾਰਿਆ। ਅਤੇ ਉਹ ਹਸਤੀ ਜਿਹੜਾ ਪਰਮਾਰਥ ਦਾ ਰਾਹ ਹੈ, ਜਿਹੜਾ ਪਿਤਾ ਪਰਮਾਤਮਾ ਦੀ ਜੋਤੀ ਬਿੰਦੂ ਹੈ, ਉਹ ਹਸਤੀ, ਉਹ ਬ੍ਰਹਮਾ ਤਣ ਵਿੱਚ ਆ ਕੇ ਉਹ ਗੱਲ ਕਰਦੇ ਨੇ, ਸਾਨੂੰ ਸਾਰੀ ਗੱਲ ਉਹ ਦੱਸਦੇ ਨੇ। ਇਸ ਨੂੰ ਅਸੀਂ ਕਹਿੰਦੇ ਹਾਂ ਮੁਰਲੀ। ਬ੍ਰਹਮਾ ਮੁਖ ਦੁਆਰਾ ਜੋ ਵਚਨ ਅਕਾਲ ਪੁਰਖ ਕਰ ਰਹੇ ਨੇ, ਉਸ ਨੂੰ ਕਹਿੰਦੇ ਨੇ ਬਰਮਾਓ। ਉਹ ਉਸ ਦੇ ਕਾਰਨ ਬ੍ਰਹਮਾ ਦੀ ਵਡਿਆਈ ਹੁੰਦੀ ਹੈ ਦੁਨੀਆ ਵਿੱਚ, ਜਿਹੜਾ ਕਿ ਅਸੀਂ ਨਹੀਂ ਸਮਝਦੇ। ਅਸੀਂ ਸਿਰਫ ਐਵੇਂ ਬੋਲਦੇ ਬ੍ਰਹਮਾ ਕ੍ਰੀਏਟਰ ਹੈ। ਅਰੇ ਕੋਈ ਇਨਸਾਨ ਕ੍ਰੀਏਟਰ ਥੋੜ੍ਹਾ ਹੋ ਸਕਦਾ। ਉਸ ਦੀ ਤਨ ਦਾ ਯੂਜ਼ ਕੀਤਾ ਅਕਾਲ ਪੁਰਖ ਨੇ ਬਾਣੀ ਸੁਣਾਉਣ ਵਾਸਤੇ। ਲੇਕਿਨ ਉਹ ਜਿਹੜਾ ਬਰਮਾ ਦਾ ਜਿਹੜਾ ਤਨ ਸੀ,
ਤੇ ਬ੍ਰਹਮਾ ਦੇ ਜਿਹੜਾ ਆਤਮਾ ਸੀ ਉਸ ਨੂੰ ਵੀ ਮਤਲਬ ਕਿ ਤਪੱਸਿਆ ਕਰਨੀ ਪਈ, ਉਹਨੂੰ ਵੀ ਅੰਮ੍ਰਿਤ ਵੇਲਾ ਉੱਠਣਾ ਪਿਆ, ਉਹਨੂੰ ਵੀ ਰੱਬ ਦੀ ਬਾਣੀ ਨੂੰ ਸੁਣ ਕੇ ਮਨ ਕੀਤਾ ਪਾਓ, ਸੁਣਿਆ ਮੰਨਿਆ ਮਨ ਕੀਤਾ ਪਾਓ, ਉਸ ਨੂੰ ਵੀ ਕਰਨਾ ਪਿਆ। ਪਰ ਆਪਾਂ ਨੂੰ ਵੀ ਕਰਨ ਦਾ ਮੌਕਾ ਮਿਲਿਆ ਕਿਉਂਕਿ ਉਸ ਦੇ ਤਨ ਵਿੱਚ ਆ ਕੇ, ਉਸ ਦੇ ਮੁਖ ਨੂੰ ਉਸਦੇ ਮਨ ਵਿੱਚ ਟਿਕ ਕੇ ਬ੍ਰਹਮਾ ਦੀ ਆਤਮਾ ਅਤੇ ਸ਼ਿਵ ਪਿਤਾ ਪਰਮਾਤਮਾ ਦੀ ਆਤਮਾ ਉਸ ਦੇ ਮੁਖ ਨੂੰ ਯੂਜ਼ ਕਰਕੇ ਸਾਨੂੰ ਸੱਤ ਵਚਨ ਦੱਸਦੇ ਨੇ। ਅਤੇ ਜਦੋਂ ਉਸ ਦੇ ਮੁਖ ਦਿਆ ਬ੍ਰਹਮਾ ਮੁਖ ਦੁਆਰਾ ਜਦੋਂ ਅਸੀਂ ਵਚਨ ਸੁਣਿਆ ਫਿਰ ਅਸੀਂ ਬਦਲ ਸਕਦੇ ਹਾਂ। ਫਿਰ ਸਾਨੂੰ ਸਮਝ ਆਉਂਦੀ ਕਿ ਮੈਂ ਆਤਮਾ ਕੀ ਹੈ, ਤੂੰ ਪਰਮਾਤਮਾ ਕੀ ਹੈ। ਇਹ ਸਾਰੀ ਗਿਆਨ ਜਿਹੜੇ ਆਪਾਂ ਸਾਂਝ ਕਰ ਰਹੇ, ਜਿਹੜਾ ਮੇਰੇ ਰਾਹੀਂ ਨਿਕਲ ਰਿਹਾ, ਇਹ ਉਸ ਪਰਮ ਪਿਤਾ ਪਰਮਾਤਮਾ ਦੀ ਕਿਰਪਾ ਹੈ ਕਿ ਮੈਂ ਉਸ ਦੀ ਗੱਲ ਨੂੰ ਰੋਜ਼ ਸੁਣਨੀ ਹਾਂ, ਉਸ ਦੇ ਨਾਲ ਕਨੈਕਸ਼ਨ ਕਰਨੀ ਹਾਂ, ਤਾਂ ਮੈਂ ਤੁਹਾਡੇ ਨਾਲ ਸਾਂਝ ਕਰ ਪਾ ਰਹੀ ਹਾਂ। ਅਤੇ ਇਸ ਵਾਸਤੇ ਇਸ ਸੰਸਥਾ ਦੀ ਅਹਿਮੀਅਤ ਬਹੁਤ ਹੈਗੀ ਕਿਉਂਕਿ ਇਹ ਰੱਬ ਦੀ ਸੰਸਥਾ। ਇੱਥੇ ਕਿਉਂ ਫ੍ਰੀ ਹੈਗਾ, ਕਿਉਂ ਕੋਈ ਚਾਰਜਸ ਨਹੀਂ ਹੈ, ਕੋਈ ਵੀ ਆ ਕੇ ਰੱਬੀ ਗਿਆਨ ਲੈ ਸਕਦਾ ਫ੍ਰੀ, ਕਿਉਂਕਿ ਇਹ ਰੱਬੀ ਸੰਸਥਾ ਹੈ। ਹਾਂ, ਕਈ ਲੋਕ ਦਾਨ ਕਰਦੇ ਨੇ, ਮਤਲਬ ਕਿ ਡੱਬਾ ਵਿੱਚ ਪਾਉਂਦੇ ਨੇ ਜਾਂ ਸੰਸਥਾ ਨੂੰ ਦਿੰਦੇ ਨੇ ਤਾਂ ਕਿ ਅੱਗੇ ਹੋਰ ਤਰੱਕੀ ਕਰੇ। ਇਹ ਰੱਬੀ ਤਰੀਕਾ ਹੈ ਕਿਉਂਕਿ ਕਦੀ ਕੋਈ ਮੰਗ ਨਹੀਂ ਹੋਈ ਕਿਸੇ ਦੇ ਨਾਲ ਕਿ ਤੁਸੀਂ ਜ਼ਰੂਰ ਇਹ ਸੇਵਾ ਕਰਨੀ, ਉਹ ਸੇਵਾ ਕਰਨੀ, ਨਹੀਂ। ਇਹ ਸੰਸਥਾ ਰੱਬੀ ਤੌਰ 'ਤੇ ਚੱਲਦੀ ਪਈ ਹੈ। ਲੋਕ ਆਉਂਦੇ ਨੇ, ਰੱਬੀ ਗਿਆਨ ਸੁਣਦੇ ਨੇ ਮੇਰੇ ਵਰਗਾ, ਅਤੇ ਜਦੋਂ ਸਾਨੂੰ ਲੱਗ ਰਿਹਾ ਸਾਡੀ ਜ਼ਿੰਦਗੀ ਸਫਲ ਹੋ ਰਿਹਾ, ਅਸੀਂ ਸੱਚ ਵਿੱਚ ਆਪਣੇ ਦੁੱਖ ਦੀ ਕਲਯੁਗ ਵਿੱਚੋਂ ਉੱਠ ਕੇ ਰੱਬ ਦੀ ਬੇੜੀ ਵਿੱਚ ਬਹਿ ਗਏ ਹਾਂ, ਆਪਣੇ ਆਪ ਨੂੰ ਕਮਲ ਪੁਸ਼ਪ ਫੀਲ ਕਰਨੇ ਆ ਕਿ ਸੱਚ ਮੇਰੇ ਮਨ ਦਾ ਅਵਸਥਾ ਬਦਲ ਰਿਹਾ ਅੰਮ੍ਰਿਤ ਵੇਲਾ ਕਰਨ ਦੇ ਨਾਲ, ਮੁਰਲੀ ਸੁਣਨ ਦੇ ਨਾਲ। ਸੱਚ ਵਿੱਚ ਮੈਂ ਜ਼ਿੰਦਗੀ ਨੂੰ ਜੀ ਪਾ ਰਹੀ ਹਾਂ। ਉਹ ਜਿਹੜਾ ਖਾਲੀਪਨ, ਉਹ ਜਿਹੜਾ ਮੇਰੇ ਮਨ ਦੇ ਸਾਰੇ ਪ੍ਰੋਬਲਮ ਅਤੇ ਸਾਰੇ ਸਟਰੈਸ ਅਤੇ ਡਿਪਰੈਸ਼ਨ, ਉਹ ਸਾਰੀਆਂ ਗੱਲਾਂ ਸੱਚ ਵਿੱਚ ਚਲੀ ਜਾਂਦੀ ਹੈ ਪਰਮਾਤਮਾ ਨੂੰ ਮਿਲ ਕੇ। ਜਦ ਇਹ ਫੀਲ ਹੁੰਦੀ ਹੈ ਫਿਰ ਸਾਨੂੰ ਸੱਚਾਈ ਦੀ ਪਤਾ ਲੱਗਦੀ, ਅਤੇ ਇਹ ਤੁਹਾਨੂੰ ਐਕਸਪੀਰੀਅੰਸ ਕਰਨਾ ਪਏਗਾ ਖੁਦ ਆ ਕੇ ਕਿ ਇਹ ਰੱਬੀ ਸੰਸਥਾ ਕਿਵੇਂ ਚੱਲ ਰਹੀ ਹੈ। ਅਤੇ ਬ੍ਰਹਮਾ ਕੁਮਾਰੀ ਤਾਂ ਨਾ ਪਈ ਹੈ ਕਿ ਜੋ ਅਸੀਂ ਬ੍ਰਹਮਾ ਦੇ ਮੁਖ ਤੋਂ ਅਸੀਂ ਸੁਣਨੇ ਸ਼ਬਦ, ਉਹ ਇਸਤਰੀ ਰੂਪ ਵਿੱਚ, ਇਸਤਰੀ ਦੇ ਸਰੀਰ ਵਿੱਚ ਜਿਹੜੀ ਆਤਮਾ ਹੁੰਦੀ ਉਸ ਨੂੰ ਬ੍ਰਹਮਾ ਕੁਮਾਰੀਸ ਕਹਿੰਦੇ ਹਾਂ, ਅਤੇ ਮਰਦ ਦੇ ਰੂਪ ਵਿੱਚ ਜਿਹੜੀ ਆਤਮਾ ਹੁੰਦੀ ਉਸ ਨੂੰ ਬ੍ਰਹਮਾ ਕੁਮਾਰ ਕਹਿੰਦੇ ਹਾਂ। ਪਰ ਹੈ ਤਾਂ ਬ੍ਰਹਮਾ ਦੀ ਗੱਲ, ਅਤੇ ਇਹੀ ਸਾਡੀ ਇਹ ਬ੍ਰਹਮਾ ਕੁਮਾਰੀਸ ਦੀ ਹੀ ਅਤੇ ਬ੍ਰਹਮਾ ਕ੍ਰੀਏਟਰ ਦੀ ਹੀ ਪ੍ਰੇਜ਼ ਅਤੇ ਇਸ ਦੀ ਵਾਹ ਪਿੱਛੇ ਬ੍ਰਾਹਮਣ ਕੁਲ ਨੂੰ ਵਡਿਆਈ ਦਿੱਤੀ ਗਈ। ਰਾਜਾਏ ਕਲਯੁਗ ਦੁਆਪਰ ਵਿੱਚ ਰਾਜਾ ਰਾਣੀ ਕਿਵੇਂ ਬ੍ਰਾਹਮਣਾਂ ਪੰਡਿਤਾਂ ਨੂੰ ਇਤਨਾ ਅਹਿਮੀਅਤ ਦਿੰਦੇ ਸਨ। ਰੱਬ ਮਤਲਬ ਕਿ ਬਾਦਸ਼ਾਹ ਨਾਲੋਂ ਵੱਡਾ ਹੁੰਦਾ ਸੀ ਪੰਡਿਤ ਜਾਂ ਬ੍ਰਾਹਮਣ। ਇਹ ਇੱਥੋਂ ਆਇਆ। ਜਿਹੜੇ ਅਸੀਂ ਹੁਣ ਕਰ ਰਹੇ ਹਾਂ ਉਹ ਫਿਰ ਅਗਲੇ ਕਲਪ ਵਿੱਚ ਇਹ ਯਾਦ ਰਹਿੰਦੀ ਹੈ। ਇਹ ਆਤਮਾ ਨੂੰ ਯਾਦ ਰਹਿਣੀ ਹੈ ਕਿ ਬ੍ਰਹਮਾ ਕ੍ਰੀਏਟਰ ਹੈ, ਕਿਉਂਕਿ ਕ੍ਰੀਏਟਰ ਬ੍ਰਹਮਾ ਵਿੱਚ ਆ ਕੇ ਗਿਆਨ ਦਿੰਦਾ ਹੈ। ਅਤੇ ਫਿਰ ਅਸੀਂ ਬ੍ਰਹਮਾ ਕ੍ਰੀਏਟਰ ਹੈ ਕਹਿ ਦਿੰਦੇ ਹਾਂ, ਗਲਤੀ ਨਾਲ ਕਹਿ ਦਿੰਦੇ ਹਾਂ ਕਿ ਬ੍ਰਹਮਾ ਕ੍ਰੀਏਟਰ ਹੈ। ਐਕਚੁਅਲੀ ਕ੍ਰੀਏਟਰ ਬ੍ਰਹਮਾ ਦੇ ਮੁਖ ਦੁਆਰਾ ਗਿਆਨ ਦਿੰਦਾ ਹੈ ਤਾਂ। ਅਤੇ ਇਸ ਵਾਸਤੇ ਬ੍ਰਹਮਾ ਸਟੈਚੂਜ਼ ਵੀ ਇੰਨੇ ਬਣੇ ਨੇ ਦੁਨੀਆ ਵਿੱਚ, ਅਤੇ ਇਸ ਵਾਸਤੇ ਬ੍ਰਾਹਮਣ ਪੰਡਿਤ ਵਗੈਰਾ ਨੂੰ ਦੁਨੀਆ ਵਿੱਚ ਬਹੁਤ ਅਹਿਮੀਅਤ ਦਿੱਤੀ ਗਈ। ਅਤੇ ਇੱਥੇ ਗੁਰੂ ਨਾਨਕ ਉਸ ਦੀ ਵਡਿਆਈ ਕਰ ਰਹੀ ਹੈ। ਸਵਸਥ ਆਤ ਬਾਣੀ ਬਰਮਾਓ, ਮਤਲਬ ਆਤ ਵੀ ਬਾਣੀ ਵੀ ਬਰਮਾਓ, ਇਹ ਸਭ ਦੀ ਨਮਸਕਾਰ ਕਰ ਰਹੇ ਨੇ। ਸਤ ਸੁਹਾਣ ਸਦਾ ਮਨ ਚਾਓ, ਇਹ ਸਤਿਆ ਕਿੰਨਾ ਸੋਹਣਾ ਹੈ ਅਤੇ ਸਦਾ ਮਨ ਨੂੰ ਭਿਓ ਜਾਂਦਾ ਹੈ, ਚਾਹ ਵਿੱਚ ਲਿਆਉਂਦਾ ਕਿ ਮੈਂ ਇਹ ਰੱਬੀ ਰਾਹ 'ਤੇ ਚੱਲਾਂ ਅਤੇ ਤੇਰੇ ਬਿਨਾਂ ਕੁਛ ਨਹੀਂ, ਸਾਰਾ ਕੁਛ ਤੇਰਾ ਹੀ ਹੈ ਅਤੇ ਮੈਂ ਤੇਰੇ ਨਾਲ ਹੀ ਲੱਗਾ ਅਤੇ ਮੈਂ ਤੇਰੇ ਗੁਣ ਹੀ ਲਵਾਂ ਅਤੇ ਮੈਂ ਤੇਰੇ ਨਾਲ ਜੁੜਾਂ, ਕਿਉਂਕਿ ਸਾਰਾ ਕੁਛ ਤੂੰ ਹੀ ਹੈ, ਮੈਂ ਕੁਛ ਨਹੀਂ ਹਾਂ। ਇਹ ਪੰਕਤੀਆਂ ਇੱਥੇ ਲਿਖਿਆ ਹੈ। ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁੱਤੀ ਮਹਾ ਕਵਣ, ਜਿਤ ਹੋਆ ਆਕਾਰ, ਵੇਲ ਨ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਣ,
ਵਕਤ ਨਾ ਪਾਇਓ ਕਾਦੀਆਂ ਜੇ ਲੇਖਣ ਲੇਖ ਕੁਰਾਨ। ਇੱਥੇ ਤੱਕ ਆਪਾਂ ਸਮਝੀਏ। ਇੱਥੇ ਗੁਰੂ ਕਹਿੰਦੇ ਨੇ ਉਸ ਦੀ ਸੀਮਾ, ਫਿਰ ਸੀਮਾ ਦੀ ਗੱਲ ਹੋ ਰਹੀ, ਉਸ ਦੀ ਵਡਿਆਈ ਦੀ ਗੱਲ ਹੋ ਰਹੀ ਕਿ ਕਵਣ ਸੋ ਵੇਲਾ ਵਕਤ ਕਵਣ। What is that time, that moment, that lunar day, that week? Which is that season, that month when this creation came into being? No learned Hindu scholar can ever begin to gauge your creation's beginning. Otherwise, such amazing knowledge would somehow have by now been clarified in any sacred text or writing. No Muslim leader or learned man can ever know that time of your creation. Or else, would they not have somehow in the Quran worded such a composition? ਇੱਥੇ ਦੁਨੀਆ ਕਿਵੇਂ ਬਣੀ ਹੈ ਦੀ ਗੱਲ ਹੋ ਰਹੀ ਹੈ। ਦੁਨੀਆ ਦੀ ਸ਼ੁਰੂਆਤ, ਕਿਹੜਾ ਵੇਲਾ, ਕਿ ਕਵਣ ਸੋ ਵੇਲਾ, ਕਿਹੜਾ ਵੇਲਾ, ਵਕਤ ਕਵਣ, ਕਿਹੜਾ ਵਕਤ, ਕਵਣ ਥਿਤ, ਕਿਹੜੀ ਥਿਤੀ, ਕਿਹੜੀ ਵਾਰ, ਇਹ ਕਦੋਂ ਹੋਇਆ ਸਾਨੂੰ ਨਹੀਂ ਪਤਾ ਅਤੇ ਨਾ ਕਿਸੇ ਨੂੰ ਪਤਾ। ਕਵਨ ਸੀ ਰੁੱਤੀ, ਕਿਹੜੀ ਰੁੱਤ, ਕਵਨ ਸੀ ਮਾਹ ਮਹੀਨਾ, ਕਵਨ ਜਿਤ ਹੋਆ ਆਕਾਰ। ਮਤਲਬ ਇਹ ਕਦ ਹੋਇਆ, ਆਕਾਰ ਵਿੱਚ ਦੁਨੀਆ ਕਦੋਂ ਦੀ ਆਈ ਹੈ, ਇਹ ਨਹੀਂ ਪਤਾ। ਇੱਥੇ ਫਿਰ ਗੁਰੂ ਜੀ ਨੇ ਮਤਲਬ ਦੱਸਿਆ ਕਿ ਪੁਰਾਣ ਜਾਂ ਕੁਰਾਨ ਵਿੱਚ ਵੀ ਨਹੀਂ ਪਤਾ, ਨਹੀਂ ਤਾਂ ਉਹ ਜ਼ਰੂਰ ਲਿਖਦੇ। ਉਹਨਾਂ ਨੇ ਕੋਸ਼ਿਸ਼ ਜ਼ਰੂਰ ਕੀਤੀ ਹੈ ਸਾਰਿਆਂ ਨੇ, ਪਰ ਕਿਉਂਕਿ ਅਸੀਂ ਪਿਛਲੇ ਜਨਮ ਦੀ ਯਾਦ ਨਹੀਂ ਹੈ ਅਤੇ ਅਗਲੇ ਸ਼ੁਰੂ ਜਿਹੜੀ ਆਦ ਸੱਚ, ਜੁਗਾਦ ਸੱਚ ਦੀ ਗੱਲ ਹੈ, ਉਹ ਵੀ ਸਾਨੂੰ ਕਿਵੇਂ ਪਤਾ ਲੱਗ ਸਕਦਾ? ਉਹ ਅਕਾਲ ਪੁਰਖ ਖੁਦ ਆ ਕੇ ਦੱਸੇਗਾ ਤਾਂ ਸਾਨੂੰ ਪਤਾ ਲੱਗ ਸਕਦਾ, ਨਹੀਂ ਤਾਂ ਕਿਸੇ ਨੂੰ ਨਹੀਂ ਪਤਾ ਲੱਗ ਸਕਦਾ। ਵੇਲ ਨ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ। ਮਤਲਬ ਉਹ ਪੰਡਿਤ ਵਗੈਰਾ ਵੀ ਇਸ ਦੀ ਸੀਮਾ ਨਹੀਂ ਪਾ ਸਕਦੀ, ਇਸ ਦੀ ਗਿਆਨ ਨਹੀਂ ਪਤਾ ਲੱਗ ਸਕਦਾ ਕਦੋਂ ਸ਼ੁਰੂ ਹੋਇਆ, ਨਾ ਕੁਰਾਨ ਵਿੱਚ ਪਤਾ ਲੱਗ ਸਕਦਾ। ਇਹ ਕਲੀਅਰ ਗੱਲ ਗੁਰੂ ਜੀ ਨੇ ਸਾਨੂੰ ਦੱਸਿਆ। ਥਿਤਵਾਰ ਨ ਜੋਗੀ ਜਾਣੈ ਰੁੱਤ ਮਾਹ ਨ ਕੋਈ, ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ। ਕਿਵ ਕਰ ਆਖਾਂ ਕਿਵ ਸਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਕਾ ਹੋਵੇ ਨਾਨਕ, ਜੇ ਕੋ ਆਪੋ ਜਾਣੇ ਅੱਗੇ ਗਿਆ ਨ ਸੋ ਹੈ। ਆਪਾਂ ਪਹਿਲਾਂ ਇਹ 4-5 ਲਾਈਨਾਂ ਨੂੰ ਸਮਝਾਂਗੇ। ਥਿਤਵਾਰ ਨ ਜੋਗੀ ਜਾਣੇ, ਇੱਥੋਂ ਲੈ ਕੇ ਇੱਕ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ। No great yogi or anyone can also ever narrate which lunar day, week, season, month the world began, because only you, the Creator, and none other knows, and would be able to such knowledge relate. How then to express, how to praise, how to describe or know of your greatness? O Nanak, everybody but tries to better the other in their own expressions of your massiveness. ਇੱਥੇ ਗੁਰੂ ਜੀ ਕਹਿ ਰਹੇ ਨੇ ਕਿ ਕਿਸੇ ਇਨਸਾਨ ਨੂੰ ਪਤਾ ਨਹੀਂ ਹੋ ਸਕਦਾ ਕਿ ਆਦ ਕਿੱਥੋਂ ਹੈ, ਜੁਗਾਦ ਕਿੱਥੋਂ ਹੈ, ਸਿਰਫ ਉਸ ਅਕਾਲ ਪੁਰਖ ਨੂੰ ਪਤਾ ਚੱਲ ਸਕਦਾ ਹੈ। ਇਸ ਵਾਸਤੇ ਇਸ ਦੇ ਵਿੱਚ ਵੀ ਉਸ ਦੀ ਕਿੰਨੀ ਵਡਿਆਈ ਹੈ। ਥਿਤਵਾਰ ਨਾ ਜੋਗੀ ਜਾਣੇ, ਕੋਈ ਜੋਗੀ ਵੀ ਨਹੀਂ ਜਾਣ ਸਕਦਾ ਜਿਹੜਾ ਤਪ ਕਰ ਰਿਹਾ ਅਤੇ ਉਹ ਪਾਸਟ ਲਾਈਫ ਰਿਗਰੈਸ਼ਨ ਵਿੱਚ ਜਾ ਰਿਹਾ, ਜਾਂ ਕੁਛ ਵੀ ਇੰਨੇ ਤਪਸਵੀ ਵੀ ਨਹੀਂ ਜਾਣ ਸਕਦਾ ਦੁਨੀਆ ਕਦ ਸ਼ੁਰੂ ਹੋਇਆ। ਰੁੱਤ ਮਾਹ ਨਾ ਕੋਈ, ਮਤਲਬ ਕਿਹੜਾ ਮਹੀਨਾ, ਕਿਹੜਾ ਸੀਜ਼ਨ, ਕਿਹੜਾ ਵੀਕ, ਉਹ ਦੁਨੀਆ ਕਦ ਸ਼ੁਰੂ ਹੋਇਆ ਇਹ ਕੋਈ ਨਹੀਂ ਜਾਣ ਸਕਦਾ। ਜਾ ਕਰਤਾ ਸਿਰਟੀ ਕਉ ਸਾਜੇ ਆਪੇ ਜਾਣੇ ਸੋਏ, ਆਪ ਹੀ ਆਪੇ ਜਾਣੇ ਸੋਏ। ਇਹ ਬਹੁਤ ਹੀ ਸੁੰਦਰ 3 ਵਰਡ ਹੈ, ਆਪੇ ਜਾਣੇ ਸੋਏ। ਉਹ ਖੁਦ ਆਪਣਾ ਜਾਣ ਸਕਦੇ ਨੇ, ਹੋਰ ਕੋਈ ਉਸ ਨੂੰ ਜਾਣ ਹੀ ਨਹੀਂ ਸਕਦਾ। ਕਿਵ ਕਰ ਆਖਾਂ ਕਿਵ ਸਲਾਹੀ, ਤਾਂ ਕਿਵੇਂ ਮੈਂ ਆਖਾਂ, ਕਿਵੇਂ ਮੈਂ ਸਲਾਹ ਉਸਦੀ, ਕਿਵੇਂ ਮੈਂ ਪ੍ਰੇਜ਼ ਕਰਾਂ ਉਸਦੀ, ਕਿਵੇਂ ਮੈਂ ਵਡਿਆਈ ਕਰਾਂ, ਕਿਵੇਂ ਮੈਂ ਉਸ ਨੂੰ ਡਿਸਕਰਾਈਬ ਕਰਾਂ ਕਿ ਉਹ ਵਰਨੀ ਕਿਵ ਜਾਣਾ। ਅਸੀਂ ਇਸ ਨੂੰ ਕਰ ਹੀ ਨਹੀਂ ਸਕਦੇ। ਇਸ ਦੀ ਵਡਿਆਈ, ਇਸ ਦੀ ਸਲਾਹ, ਇਸ ਦੇ ਬਾਰੇ ਅਸੀਂ ਜਾਣਦੇ ਨਹੀਂ, ਅਤੇ ਕਿਵੇਂ ਵੀ ਆਪਾਂ
ਇਹ ਗੌਰ ਕਰਾਂਗੇ ਇਸ ਗੱਲ ਦੇ ਉੱਤੇ ਕਿ ਦੁਨੀਆ ਕਦੋਂ ਸ਼ੁਰੂ ਹੋਈ ਹੈ, ਕਿਹੜੇ ਦਿਨ, ਕਿਹੜੀ ਤਾਰੀਖ, ਕਿਹੜਾ ਮਹੀਨਾ, ਕਿਹੜਾ ਵਾਰ, ਕਿਹੜੇ ਸਾਲ, ਕਦੋਂ, ਕਿੰਨੀ ਪੁਰਾਣੀ ਹੈ। ਉਹ ਨਾਨਕ ਐਵਰੀਬਡੀ ਬਟ ਟਰਾਈਜ਼, ਮਤਲਬ ਕਿ ਨਾਨਕ ਆਖਣ ਸਭ ਕੋ, ਮਤਲਬ ਸਾਰੇ ਨਾਨਕ ਇੱਥੇ ਬਿਨਾਂ ਔਂਕਾਰ ਤੋਂ ਮਤਲਬ ਅਕਾਲ ਪੁਰਖ ਕਹਿ ਰਹੇ ਨੇ ਕਿ ਆਖਣ ਸਭ ਕੋ ਆਖੇ, ਇੱਕ ਦੂ ਇੱਕ ਸਿਆਣਾ। ਨਾਨਕ ਪੌਜ਼ ਹੁੰਦੇ ਇੱਥੋਂ ਬਾਅਦ, ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ, ਮਤਲਬ ਸਾਰੇ ਇੱਕ ਦੂਜੇ ਨਾਲੋਂ ਵੱਧ ਕੇ, ਸਾਰੇ ਇੱਕ ਦੂਜੇ ਨਾਲ ਬੋਲਦੇ ਪਏ ਨੇ, ਇੱਕ ਦੂਜੇ ਨਾਲੋਂ ਵੱਧ ਕੇ ਆਪਣੇ ਆਪ ਨੂੰ ਸਿਆਣਾ ਸਮਝਦੇ ਪਏ ਨੇ ਪਰ ਗੁਰੂ ਜੀ ਇੱਥੇ ਕਹਿੰਦੇ ਕਿ ਕੋਈ ਨਹੀਂ ਉਸ ਦੀ ਸੀਮਾ ਨੂੰ ਪਾ ਸਕਦੇ ਆ, ਸਿਰਫ ਬਸ ਕਹਿੰਦੇ ਰਹਿ ਗਏ। ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ, ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨ ਸੋਹੈ। ਇੱਥੇ ਇੰਨਾ ਕਲੀਅਰ ਨਾਲ ਗੁਰੂ ਜੀ ਫਿਰ ਦੁਹਰਾਉਂਦੇ ਨੇ ਇਹੋ ਪੰਕਤੀ, ਇਹੋ ਪੌੜੀ, ਮਤਲਬ ਜਿਸ ਦੇ ਵਿੱਚ ਅਸੀਂ ਸਮਝ ਰਹੇ ਹਾਂ ਕਿ ਉਸ ਦੀ ਸੀਮਾ ਨੂੰ, ਉਸ ਦੁਨੀਆ ਦੀ ਸ਼ੁਰੂਆਤ ਨੂੰ, ਉਸ ਆਦਿ ਸੱਚ, ਉਸ ਜੁਗਾਦ ਸੱਚ ਨੂੰ ਅਸੀਂ ਨਹੀਂ ਸਮਝ ਸਕਦੇ। ਜਿੰਨਾ ਮਰਜ਼ੀ ਅਸੀਂ ਕੋਸ਼ਿਸ਼ ਕਰੀਏ, ਜਿੰਨਾ ਮਰਜ਼ੀ ਅਸੀਂ ਆਪਣੇ ਆਪ ਨੂੰ ਸਿਆਣਾ ਸਮਝੇ, ਕੋਈ ਵੀ ਪੁਰਾਣ ਹੋ, ਕੁਰਾਨ ਹੋ, ਉਸ ਸਮੇਂ 'ਤੇ ਗ੍ਰੰਥ ਨਹੀਂ ਸੀ, ਸਿਰਫ ਪੁਰਾਣ ਕੁਰਾਨ ਹੀ ਸਨ, ਅਤੇ ਉਹਨਾਂ ਨੇ ਕਿਹਾ ਉਹਦੇ ਵਿੱਚ ਵੀ ਨਹੀਂ ਲਿਖਿਆ ਜਾ ਸਕਦਾ। ਪੰਡਿਤ ਹੋ ਜਾਂ ਕਾਜ਼ੀ ਹੋ, ਉਹ ਵੀ ਨਹੀਂ ਇਸ ਗੱਲ ਨੂੰ ਸਮਝ ਸਕਦੇ, ਮਤਲਬ ਕਿ ਸਿਆਣੇ ਤੋਂ ਸਿਆਣੇ ਵੀ ਇਸ ਗੱਲ ਨੂੰ ਨਹੀਂ ਜਾਣ ਸਕਦੇ। ਅਤੇ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕੋ ਹੈ, ਉਹ ਅਕਾਲ ਪੁਰਖ ਹੀ, ਜੋ ਵੱਡਾ ਸਾਹਿਬ ਹੈ ਉਹ ਹੀ ਆਪਣਾ ਕੀਤਾ ਜਾਣਦਾ ਹੈ। O Almighty One, you are the greatest, and great are your descriptions. Thy will be done. Whatever happens is totally at thy disposition. ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ, ਉਹ ਹੋ ਰਿਹਾ ਹੈ ਜੋ ਤੂੰ ਕਰ ਰਿਹਾ, ਜੋ ਤੂੰ ਚਾਹੁੰਦਾ ਹੈ। ਇੱਥੇ ਉਹੀਓ ਗੱਲ ਆਉਂਦੀ ਹੈ, ਕੀਤਾ ਜਾਕਾ ਹੋਵੇ ਮਤਲਬ ਤੇਰਾ ਪਾਣਾ ਮਿੱਠਾ ਲੱਗੇ, ਜੋ ਤੂੰ ਕਰ ਰਿਹਾ ਉਹੀਓ ਹੋ ਰਿਹਾ, ਹੋਰ ਕੋਈ ਜਾਣਦਾ ਨਹੀਂ ਕਿਉਂ ਹੋ ਰਿਹਾ, ਕਿਵੇਂ ਹੋ ਰਿਹਾ, ਤੂੰ ਹੀ ਜਾਣਦਾ। ਨਾਨਕ ਇੱਥੇ ਫਿਰ ਉਹ ਤੁਰ ਵਾਲੀ ਨਾਨਕ ਥਰਡ ਪਰਸਨ ਤੁਰ ਕੀ ਬਾਣੀ ਹੈ, ਇੱਥੇ ਖੁਦ ਨਾਨਕ ਨਹੀਂ ਕਹਿ ਰਹੇ, ਆਪਣੇ ਅੰਦਰ ਉਹ ਜਿਹੜੀ ਤੁਰਕੀ ਬਾਣੀ ਉਹ ਬੋਲ ਰਿਹਾ, ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ। ਇਹ if ever anyone logically in ego even tries to attempt to understand your immensity, he will lose favor in ever being able to comprehend you completely. ਤੇ ਜੇ ਤੈਨੂੰ ਜਾਣਨ ਵਾਸਤੇ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ, ਉਹ ਖੁਦ ਆਪਣੇ ਆਪ ਨੂੰ ਗਵਾ ਦਿੰਦਾ, ਉਹ ਖੁਦ ਤੇਰੀ ਦਰਗਾਹ ਤੋਂ ਨਿਕਾਲਿਆ ਜਾਏਗਾ, ਕਿਉਂਕਿ ਉਹ ਫਿਰ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਸਮਝ ਰਿਹਾ, ਅਤੇ ਇਸ ਵਾਸਤੇ ਅੱਗੇ ਗਿਆ ਨਾ ਸੋਏ, ਉਹ ਅੱਗੇ ਜਾ ਨਹੀਂ ਪਾਏਗਾ ਅਤੇ ਤੇਰੇ ਦਰਗਾਹ ਵਿੱਚ ਉਸ ਦੀ ਕੋਈ ਕਦਰ ਨਹੀਂ ਹੋਏਗੀ। ਅਤੇ ਅਸੀਂ ਇਸ ਗੱਲ ਨੂੰ ਬਹੁਤ ਧਿਆਨ ਨਾਲ ਸਮਝੀਏ ਕਿ ਆਪਾਂ ਜੇ ਕੋਈ ਅਸੀਂ ਕਹੀਏ ਕਿ ਸਾਨੂੰ ਇਹ ਪਤਾ ਹੈ ਕਿ ਰੱਬ ਦੀ ਦੁਨੀਆ, ਇਹ ਦੁਨੀਆ ਕਦੋਂ ਸ਼ੁਰੂ ਹੋਈ ਹੈ, ਕਿਸ ਤਰ੍ਹਾਂ ਸ਼ੁਰੂ ਹੋਇਆ, ਉਸ ਆਦਿ ਜੁਗਾਦ ਦੀ ਗੱਲ ਨੂੰ ਅਸੀਂ ਨਹੀਂ ਸਮਝ ਸਕਣਾ, ਸਿਰਫ ਅਕਾਲ ਪੁਰਖ ਸਮਝ ਸਕਦੇ ਨੇ। ਅਤੇ ਗੁਰੂ ਨਾਨਕ ਦੇਵ ਜੀ ਉਸ ਧੁਰ ਦੀ ਬਾਣੀ, ਉਸ ਬੋਲਦੇ ਉਚਾਰਦੇ ਵੀ ਇਹ ਗੱਲ ਕਹਿੰਦੇ ਨੇ ਕਿ ਇਹ ਗੱਲ ਕੋਈ ਨਹੀਂ ਕਹਿ ਸਕਦਾ ਸਿਵਾਏ ਉਸ ਅਕਾਲ ਪੁਰਖ ਤੋਂ। ਤਾਂ ਇੱਥੇ ਬ੍ਰਹਮਾ ਕੁਮਾਰੀਜ਼ ਵਿੱਚ ਅਕਾਲ ਪੁਰਖ ਆ ਚੁੱਕੇ, ਅਤੇ ਉਸ ਦੀ ਗੱਲ ਨੂੰ ਸਮਝਦੇ ਆ, ਫਿਰ ਆਪਾਂ ਉਸ ਦੀ ਗੱਲ ਨੂੰ ਜਾਣ ਸਕਦੇ ਆ, ਸਮਝ ਸਕਦੇ ਆ। ਅਤੇ ਫਿਰ ਅਗਲੀ ਕੜੀ ਵਿੱਚ ਫਿਰ ਆਪਾਂ ਤੁਹਾਡੇ ਨਾਲ ਗੱਲਾਂ ਕਰਾਂਗੇ, ਸਾਂਝ ਕਰਾਂਗੇ। ਆਪ ਜੀ ਦੀ ਥੈਂਕ ਯੂ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਇਆ। ਏਕ ਓਂਕਾਰ, ਓਮ ਸ਼ਾਂਤੀ।